ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਹਾਈ ਕਮਾਂਡ ਦੀ ਹਰੀ ਝੰਡੀ ਮਗਰੋਂ ਐਕਸ਼ਨ 'ਚ ਆਏ ਨਵਜੋਤ ਸਿੰਘ ਸਿੱਧੂ ਨੇ ਸੁਨੀਲ ਜਾਖੜ ਸਮੇਤ ਕਈ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਨਾਲ ਕੀਤੀ ਮੁਲਾਕਾਤ ਮਗਰੋਂ ਸਿੱਧੂ ਤੇ ਜਾਖੜ ਨੇ ਬੰਨੇ ਇੱਕ ਦੂਜੇ ਦੀਆਂ ਤਾਰੀਫਾਂ ਦੇ ਪੁੱਲ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕੀਤੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ। ਕੈਪਟਨ ਨੂੰ ਮਨਾਉਣ 'ਚ ਕਾਮਯਾਬ ਰਹੇ ਰਾਵਤ। ਬੈਠਕ ਤੋਂ ਬਾਅਦ ਕੈਪਟਨ ਨੇ ਕਿਹਾ ਹਾਈ ਕਮਾਂਡ ਦਾ ਹਰ ਫੈਸਲਾ ਹੋਵੇਗਾ ਮਨਜ਼ੂਰ। ਕਿਸਾਨਾਂ ਨੇ ਚੰਡੀਗੜ੍ਹ 'ਚ ਘੇਰੇ ਭਾਜਪਾ ਲੀਡਰ। ਪਥਰਾ 'ਚ ਕਈ ਗੱਡੀਆਂ ਦੇ ਸ਼ੀਸ਼ੇ ਟੁੱਟੇ। ਜਲੰਧਰ 'ਚ ਕਿਸਾਨਾਂ ਨੇ ਬੰਦ ਕਰਵਾਇਆ ਰਿਲਾਇੰਸ ਦਾ ਸ਼ੋਰੂਮ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਵਧੀਆਂ। ਬੈਂਸ ਖਿਲਾਫ ਇੱਕ ਹੋਰ ਮਹਿਲਾ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਭੁੱਖ ਹੜਤਾਲ ਤੇ ਬੈਠੀ। ਬੈਂਸ ਤੇ ਲਗਾਏ ਜਬਰ ਜਨਾਹ ਕਰਨ ਦੇ ਇਲਜ਼ਾਮ। ਅਤੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਦੇ ਭਰਾ ਬਲਜੀਤ ਸਿੰਘ ਪਾੜਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ। ਪਾੜਾ ਨੇ ਧਮਕੀ ਦੇਣ ਵਾਲਿਆਂ ਦੇ ਅਕਾਲੀ ਲੀਡਰਾਂ ਨਾਲ ਸਬੰਧਾਂ ਦੇ ਲਗਾਏ ਆਰੋਪ। ਪੁਲਿਸ ਨੂੰ ਦਿੱਤੀ ਜਾ ਰਹੀ ਹੈ ਹਮਲੇ ਦੀ ਸ਼ਿਕਾਇਤ। ਤੇ ਹੁਣ ਖਬਰਾਂ ਦਾ ਵਿਸਤਾਰ। ਪੰਜਾਬ ਕਾਂਗਰਸ ਦੇ ਪ੍ਰਧਾਨ ਨਿਯੁਕਤ ਕਰਨ ਦੀਆਂ ਰਿਪੋਰਟਾਂ ਦੌਰਾਨ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਸੁਨੀਲ ਜਾਖੜ ਦੇ ਪੰਚਕੂਲਾ ਸਥਿਤ ਘਰ ਪਹੁੰਚੇ। ਪਾਰਟੀ ਸੂਤਰਾਂ ਮੁਤਾਬਕ ਜਾਖੜ ਦੀ ਰਿਹਾਇਸ਼ ਤੇ ਸਿੱਧੂ ਦੀ ਆਮਦ ਨੂੰ ਪਾਰਟੀ ਹਾਈਕਮਾਂਡ ਨੇ ਹੁਕਮ ਵਜੋਂ ਦੇਖਿਆ ਜਾ ਰਿਹਾ ਹੈ। ਹਾਈਕਮਾਂਡ ਵੱਲੋਂ ਸਿੱਧੂ ਨੂੰ ਸਾਰੇ ਲੀਡਰਾਂ ਨੂੰ ਨਾਲ ਲੈ ਕੇ ਚੱਲਣ ਲਈ ਕਿਹਾ ਗਿਆ। ਨਵਜੋਤ ਸਿੰਘ ਸਿੱਧੂ ਨੇ ਸੁਨੀਲ ਜਾਖੜ ਨਾਲ ਮੀਟਿੰਗ ਮਗਰੋਂ ਕਿਹਾ ਕਿ ਇਹ ਜੋੜੀ ਹਿੱਟ ਹੀ ਰਹੇਗੀ, ਫਿੱਟ ਵੀ ਰਹੇਗੀ। ਸਿੱਧੂ ਨੇ ਕਿਹਾ ਕਿ ਸੁਨੀਲ ਜਾਖੜ ਮੇਰੇ ਮਾਰਗਦਰਸ਼ਕ ਹਨ ਅਤੇ ਹਮੇਸ਼ਾ ਮੇਰਾ ਮਾਰਗਦਰਸ਼ਕ ਕਰਦੇ ਰਹਿਣਗੇ। ਸੁਨੀਲ ਜਾਖੜ ਨੇ ਸਿੱਧੂ ਨੂੰ ਬਹੁਤ ਯੋਗ ਅਤੇ ਕਾਬਿਲ ਵਿਅਕਤੀ ਦੱਸਿਆ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ ਤੇ ਪਹੁੰਚੇ। ਰੰਧਾਵਾ ਦੇ ਘਰ ਵਿਧਾਇਕ ਰਾਜਾ ਵੜਿੰਗ ਤੇ ਕੁਲਬੀਰ ਜੀਰਾ ਵੀ ਮੌਜੂਦ ਸਨ। ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਵਿਧਾਇਕਾਂ ਨੂੰ ਨਾਲ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਵੀ ਗਏ। ਇਸ ਮਗਰੋਂ ਇਹਨਾਂ ਸਾਰਿਆਂ ਦੀ ਲਾਲ ਸਿੰਘ, ਦਰਸ਼ਨ ਬਰਾੜ ਤੇ ਬਰਿੰਦਰਮੀਤ ਸਿੰਘ ਪਾੜਾ ਨਾਲ ਮੁਲਾਕਾਤ ਹੋਈ। ਇਸ ਬੈਠਕ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਾਈਕਮਾਂਡ ਦਾ ਫੈਸਲਾ ਸਭ ਕਾਂਗਰਸੀਆਂ ਨੂੰ ਮਨਜ਼ੂਰ ਹੁੰਦਾ ਹੈ। ਸਿੱਧੂ ਨਾਲ ਸਾਡੇ ਪਰਿਵਾਰਿਕ ਰਿਸ਼ਤੇ ਨੇ, ਇਹ ਰਿਸ਼ਤੇ ਖਤਮ ਨਹੀਂ ਹੋ ਸਕਦੇ। ਉਹਨਾਂ ਕਿਹਾ ਕਿ ਜੇਕਰ ਕੈਪਟਨ ਬੁਲਾਉਣਗੇ ਤਾਂ ਸਿੱਧੂ ਵੀ ਜਾਣਗੇ ਅਤੇ ਉਹ ਵੀ ਜਾਣਗੇ। ਸਿੱਧੂ ਵੱਲੋਂ ਕੀਤੇ ਜਾਂਦੇ ਟਵੀਟ ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਟਵੀਟ ਵੀ ਜ਼ਰੂਰੀ ਨੇ ਅਤੇ ਲੋਕਾਂ ਨਾਲ ਮਿਲਣਾ ਵੀ ਬਹੁਤ ਜ਼ਰੂਰੀ ਹੈ। ਦੇਖੋ, ਇਹ ਟਵੀਟ ਕਰਨਾ ਵੀ ਠੀਕ ਹੈ ਔਰ ਲੋਕਾਂ ਦੇ ਵਿੱਚ ਜਾਣਾ ਵੀ ਬਹੁਤ ਜ਼ਰੂਰੀ ਹੈ। ਜਿੰਨੀ ਦੇਰ ਆਪਾਂ ਪਬਲਿਕ ਦੇ ਨਾਲ ਜੁੜਾਂਗੇ ਨਹੀਂ, ਉਹਨਾਂ ਦੀਆਂ ਗੱਲਾਂ ਨਹੀਂ ਸੁਣਾਂਗੇ, ਵਰਕਰ ਨੂੰ ਜਿਹੜਾ ਵਰਕਰ ਡਿਮੋਰਲਾਈਜ਼ ਹੋ ਕੇ ਬੈਠਾ ਉਹਨੂੰ ਉੱਪਰ ਚੁੱਕਣਾ, ਉਹਨੂੰ ਦੱਸਣਾ ਕਿ ਕਾਂਗਰਸ ਦੀ ਗਵਰਨਮੈਂਟ ਹੈ ਔਰ ਕਾਂਗਰਸ ਪਾਰਟੀ ਤਗੜੀ ਹੋ ਕੇ ਇਲੈਕਸ਼ਨਾਂ ਦੇ ਲਈ ਤਿਆਰੀ ਕਰੇਗੀ। ਨਵਜੋਤ ਸਿੰਘ ਸਿੱਧੂ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਨਾਲ ਕੀਤੀਆਂ ਜਾ ਰਹੀਆਂ ਇਹਨਾਂ ਮੀਟਿੰਗਾਂ ਦੇ ਨਾਲ ਹੀ ਪੰਜਾਬ ਦੀ ਸਿਆਸਤ ਹੋਰ ਗਰਮਾ ਗਈ ਹੈ। ਉਧਰ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਪਹੁੰਚੇ। ਇਸ ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਪ੍ਰਧਾਨ ਵੱਲੋਂ ਕੀਤਾ ਹਰ ਫੈਸਲਾ ਸਾਰਿਆਂ ਨੂੰ ਪ੍ਰਵਾਨ ਹੋਵੇਗਾ। ਦੱਸਦੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਮਤਭੇਦਾਂ ਕਾਰਨ ਕਾਂਗਰਸ ਦੀ ਪੰਜਾਬ ਇਕਾਈ ਵਿੱਚ ਤਣਾਅ ਵਧਣ ਦੇ ਮੱਦੇਨਜ਼ਰ ਰਾਵਤ ਚੰਡੀਗੜ੍ਹ ਪਹੁੰਚੇ ਹੋਏ ਸਨ। ਉਹ ਦੁਪਹਿਰ 12 ਵਜੇ ਦੇ ਕਰੀਬ ਹੈਲੀਕਾਪਟਰ ਵਿੱਚ ਚੰਡੀਗੜ੍ਹ ਪਹੁੰਚੇ ਅਤੇ ਸਿੱਧੇ ਮੋਹਾਲੀ ਵਿੱਚ ਮੁੱਖ ਮੰਤਰੀ ਦੇ ਫਾਰਮ ਹਾਊਸ ਤੇ ਚਲੇ ਗਏ। ਇਸ ਯਾਤਰਾ ਨੂੰ ਅਮਰਿੰਦਰ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਵੱਲੋਂ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਭੇਜ ਕੇ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਉਣ ਦਾ ਵਿਰੋਧ ਕੀਤਾ ਗਿਆ ਸੀ। मैंने एक बात कही आपसे कि उन्होंने फिर से अपने पुराने बयान को, जो मेरे हिसाब से कांग्रेस के लिए एक बहुत बड़ा बयान है, और उसको उन्होंने दोहराया है और कहा है कि जो कुछ निर्णय आदरणीय कांग्रेस प्रेसिडेंट लेंगी, कैप्टन अमरिंदर सिंह उसको फॉलो। सर आपकी ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਕਮਲਪ੍ਰੀਤ ਸਿੰਘ ਪੰਨੂ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਕਿਸਾਨ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਅਤੇ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਅੰਦੋਲਨ ਦੀ ਸਫਲਤਾ ਲਈ ਅਰਦਾਸ ਕੀਤੀ। ਕਮਲਪ੍ਰੀਤ ਪੰਨੂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 22 ਜੁਲਾਈ ਤੋਂ 13 ਅਗਸਤ ਤੱਕ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਰੋਜ਼ਾਨਾ ਕਿਸਾਨਾਂ ਦੇ ਜਥੇ ਪਾਰਲੀਮੈਂਟ ਵੱਲ ਰਵਾਨਾ ਹੋਣਗੇ। ਕਿਸਾਨ ਜਥੇਬੰਦੀਆਂ ਨੇ 2024 ਤੱਕ ਅੰਦੋਲਨ ਦੀ ਤਿਆਰੀ ਖਿੱਚੀ ਹੋਈ ਹੈ। ਹੁਣ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਗੱਦੀ ਤੋਂ ਲਾਉਣ ਤੋਂ ਬਾਅਦ ਹੀ ਆਪਣੇ ਘਰਾਂ ਨੂੰ ਵਾਪਸ ਪਰਤਣਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਪੰਨੂ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਕਿਸਾਨ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਦਿੱਲੀ ਦੀਆਂ ਬਰੂਹਾਂ ਉੱਤੇ ਚੱਲ ਰਹੇ ਅੰਦੋਲਨ ਦੀ ਸਫਲਤਾ ਲਈ ਅਰਦਾਸ ਕੀਤੀ।
ਕਵਲਪ੍ਰੀਤ ਪੰਨੂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 22 ਜੁਲਾਈ ਤੋਂ 13 ਅਗਸਤ ਤੱਕ ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ਰੋਜ਼ਾਨਾ ਕਿਸਾਨਾਂ ਦੇ ਜਥੇ ਪਾਰਲੀਮੈਂਟ ਵੱਲ ਰਵਾਨਾ ਹੋਣਗੇ। 26 ਜੁਲਾਈ ਨੂੰ ਮਿਸ਼ਨ ਯੂਪੀ ਦਾ ਆਗਾਜ਼ ਹੋਵੇਗਾ ਅਤੇ 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ਔਰਤਾਂ ਦਾ ਜਥਾ ਪਾਰਲੀਮੈਂਟ ਨੂੰ ਘੇਰੇਗਾ। ਪੰਨੂ ਮੁਤਾਬਕ ਜੋ ਕਿਸਾਨ ਝੋਨੇ ਦੀ ਲੁਆਈ ਤੋਂ ਵਿਹਲੇ ਹੋ ਚੁੱਕੇ ਨੇ, ਉਹਨਾਂ ਨੂੰ ਦੁਬਾਰਾ ਅੰਦੋਲਨ ਨੂੰ ਸਫਲ ਬਣਾਉਣ ਵਿੱਚ ਜੁਟ ਜਾਣਾ ਚਾਹੀਦਾ ਹੈ। ਅੱਜ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਰਦਾਸ ਬੇਨਤੀ ਕਰਨ ਤੋਂ ਬਾਅਦ ਕਿ ਸਾਡੇ ਮੋਰਚੇ ਨੂੰ ਬਲ ਬਖਸ਼ਿਓ, ਮੋਰਚੇ ਨੂੰ ਫਤਿਹ ਬਖਸ਼ਿਓ। ਤੇ ਇਸ ਤੋਂ ਬਾਅਦ ਰਾਮ ਤੀਰਥ ਨੇੜੇ ਝੰਜੋਟੀ ਆ, ਉੱਥੇ ਬਹੁਤ ਵੱਡਾ ਇਕੱਠ ਕਿਸਾਨ ਕਰ ਰਹੇ ਆ, ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਇਕੱਠੇ ਹੋ ਰਹੇ ਆ। ਉੱਥੇ ਸੱਦਾ ਦਿਆਂਗੇ ਕਿ 22 ਜੁਲਾਈ ਨੂੰ ਜਿਹੜਾ ਅੰਦੋਲਨ ਅਸੀਂ ਆਰੰਭ ਕਰ ਰਹੇ ਆ, ਜਿਹੜਾ ਰੋਸ ਮਾਰਚ ਪਾਰਲੀਮੈਂਟ ਵੱਲ ਨੂੰ ਤੋਰ ਰਹੇ ਆ 22 ਜੁਲਾਈ ਤੋਂ, ਜਿਹੜਾ 13 ਅਗਸਤ ਤੱਕ ਜਾਰੀ ਰਹਿਣਾ, ਉਸ ਅੰਦੋਲਨ ਲਈ ਸੱਦਾ ਦੇਣ ਆਏ ਆ। ਉਹਦੇ 'ਚ ਸਾਡੇ ਜਿੱਥੇ ਕਿਸਾਨਾਂ ਦੇ ਜਥੇ ਜਾਣੇ ਆ, 26 ਜੁਲਾਈ ਨੂੰ ਇੱਕ ਔਰਤਾਂ ਦਾ ਵੱਡਾ ਜਥਾ ਉਹ ਪਾਰਲੀਮੈਂਟ ਵੱਲ ਰੋਸ ਮਾਰਚ ਕਰੂਗਾ। ਇਸੇ ਤਰ੍ਹਾਂ ਹੀ ਇੱਕ ਦਿਨ ਨੌਜਵਾਨਾਂ ਦਾ ਜਥਾ ਰੋਸ ਮਾਰਚ ਕਰੂਗਾ। ਇਸੇ ਤਰ੍ਹਾਂ 9 ਅਗਸਤ ਨੂੰ ਜਿੱਦਣ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਆ, ਉਸ ਦਿਨ ਔਰਤਾਂ ਦਾ ਵੱਡਾ ਜਥਾ ਪਾਰਲੀਮੈਂਟ ਵੱਲ ਨੂੰ ਰੋਸ ਮਾਰਚ ਕਰੂਗਾ। ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਹੁਣ ਕੰਮਾਂ ਕਾਰਾਂ ਤੋਂ ਵਿਹਲੇ ਹੋ ਗਏ ਜੇ, ਹੁਣ ਵੱਡੀ ਗਿਣਤੀ 'ਚ ਵੀਰਾਂ ਘੱਤ ਕੇ ਦਿੱਲੀ ਆ ਜਾਓ। ਇੱਕ ਵਾਰੀ ਫੇਰ ਉਸੇ ਤਰ੍ਹਾਂ ਹੀ ਜਿੱਦਾਂ ਜਨਵਰੀ ਦੇ ਵਿੱਚ ਮੋਢੇ ਨਾਲ ਮੋਢਾ ਵੱਜਦਾ ਸੀ, ਮੋਢੇ ਨਾਲ ਮੋਢਾ ਮਾਰ ਦਈਏ ਤੇ ਮੋਦੀ ਸਰਕਾਰ ਦਾ ਜਿਹੜਾ ਦਿੱਲੀ ਦੀ ਗੱਦੀ ਨੂੰ ਰਾਹ ਜਾਂਦਾ ਯੂਪੀ ਰਾਹੀਂ, ਉਹ ਰਾਹ ਬੰਦ ਕਰ ਦਈਏ। ਅਸੀਂ ਮਿਸ਼ਨ ਯੂਪੀ 26 ਜੁਲਾਈ ਨੂੰ ਆਰੰਭ ਕਰ ਰਹੇ ਹਾਂ। ਕਮਲਪ੍ਰੀਤ ਪੰਨੂ ਦਾ ਕਹਿਣਾ ਸੀ ਕਿ ਕਿਸਾਨ ਜਥੇਬੰਦੀਆਂ ਨੇ 2024 ਤੱਕ ਅੰਦੋਲਨ ਦੀ ਤਿਆਰੀ ਖਿੱਚੀ ਹੋਈ ਹੈ। ਹੁਣ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਗੱਦੀ ਤੋਂ ਲਾਹੁਣ ਤੋਂ ਬਾਅਦ ਹੀ ਆਪਣੇ ਘਰਾਂ ਨੂੰ ਵਾਪਸ ਪਰਤਣਗੇ। ਮੋਦੀ ਅਸਲ 'ਚ ਕਾਰਪੋਰੇਟ ਘਰਾਣਿਆਂ ਤੋਂ ਬਹੁਤ ਵੱਡੀ ਰਕਮ ਲੈ ਚੁੱਕਾ। ਹੁਣ ਉਹ ਇਸ ਗੱਲ ਤੇ ਖੜਾ ਕਿ ਸ਼ਾਇਦ ਕਿਸਾਨ ਥੱਕ ਕੇ ਹਾਰ ਕੇ ਹੰਬ ਕੇ ਚਲੇ ਜਾਣਗੇ, ਪਰ ਉਹਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਉਸ ਵਿਰਾਸਤ ਦੇ ਮਾਲਕ ਹਾਂ। ਸਾਡੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ 1469 'ਚ ਜਨਮ ਲਿਆ ਤੇ ਬੰਦਾ ਸਿੰਘ ਬਹਾਦਰ ਨੇ 1710 'ਚ ਸਰਹੰਦ ਫਤਿਹ ਕਰਕੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਸਾਡਾ 241 ਸਾਲਾਂ ਦਾ ਇਤਿਹਾਸ ਆ, ਅਜੇ ਦੇ ਮਹੀਨੇ 8 ਹੋਏ ਆ। ਅਸੀਂ 24 ਤੱਕ ਬਹਿਣ ਨੂੰ ਤਿਆਰ ਆ ਤੇ ਮੋਦੀ ਦੇ ਗਲ 'ਚ ਝੋਲਾ ਪਾ ਕੇ ਕੁਰਸੀ ਤੋਂ ਲਾਹ ਕੇ ਘਰ ਨੂੰ ਤੋਰ ਕੇ ਵਾਪਸ ਆਵਾਂਗੇ। ਦੱਸ ਦਈਏ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰਾਜਾ ਸਾਂਸੀ ਦੀ ਪਿੰਡ ਝੰਜੋਟੀ ਵਿਖੇ ਵਿਸ਼ਾਲ ਕਿਸਾਨ ਰੈਲੀ ਕਰਵਾਈ ਜਾ ਰਹੀ ਹੈ, ਜਿਸ ਵਿੱਚ ਮਾਝੇ ਦੇ ਨਾਲ ਹੀ ਦੁਆਬਾ ਤੇ ਮਾਲਵੇ ਦੇ ਕਿਸਾਨ ਵੀ ਸ਼ਾਮਲ ਹੋ ਰਹੇ ਨੇ। ਲੰਘਦੇ ਸਮੇਂ ਦੇ ਨਾਲ ਹੀ ਕਿਸਾਨਾਂ ਦਾ ਸੰਘਰਸ਼ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਹੁਣ ਕਿਸਾਨਾਂ ਨੇ ਜਲੰਧਰ 'ਚ ਖੁੱਲੇ ਰਿਲਾਇੰਸ ਦੇ ਗਹਿਣਿਆਂ ਦੇ ਸ਼ੋਰੂਮ ਨੂੰ ਬੰਦ ਕਰਵਾ ਦਿੱਤਾ ਹੈ। ਜਦੋਂ ਕਿਸਾਨਾਂ ਨੂੰ ਇਸ ਸ਼ੋਰੂਮ ਦੇ ਖੁੱਲੇ ਹੋਣ ਦੀ ਜਾਣਕਾਰੀ ਮਿਲੀ ਤਾਂ ਉਹ ਇਸ ਦੇ ਸਾਹਮਣੇ ਇਕੱਠੇ ਹੋ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰਿਲਾਇੰਸ ਦੇ ਮੁਲਾਜ਼ਮਾਂ ਨਾਲ ਉਹਨਾਂ ਦੀ ਬਹਿਸ ਵੀ ਹੋਈ। ਮਾਹੌਲ ਗਰਮਾਉਂਦਾ ਵੇਖ ਕੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ। ਇਸ ਮਗਰੋਂ ਸ਼ੋਰੂਮ ਨੂੰ ਬੰਦ ਕਰਵਾ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਹ ਅੰਬਾਨੀ ਤੇ ਅਡਾਨੀ ਦੇ ਕਿਸੇ ਕਾਰੋਬਾਰ ਨੂੰ ਚੱਲਣ ਨਹੀਂ ਦੇਣਗੇ। ਜਲੰਧਰ ਦੇ ਲਾਜਪਤ ਨਗਰ ਵਿੱਚ ਸਥਿਤ ਰਿਲਾਇੰਸ ਜਵੈਲਰਸ ਦਾ ਸ਼ੋਰੂਮ ਕਿਸਾਨਾਂ ਨੇ ਦੁਬਾਰਾ ਬੰਦ ਕਰਵਾ ਦਿੱਤਾ। ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਕਿ ਇਹ ਜੋ ਸ਼ੋਰੂਮ ਉਹਨਾਂ ਨੇ ਪਹਿਲਾਂ ਬੰਦ ਕਰਵਾਇਆ ਸੀ ਉਹ ਫਿਰ ਖੋਲ੍ਹ ਦਿੱਤਾ ਗਿਆ ਹੈ, ਤਾਂ ਉਹ ਉੱਥੇ ਪਹੁੰਚ ਗਏ ਅਤੇ ਸ਼ੋਰੂਮ ਅੱਗੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸ਼ੋਰੂਮ ਦੇ ਮੁਲਾਜ਼ਮਾਂ ਨਾਲ ਇਸ ਮੌਕੇ ਕਿਸਾਨਾਂ ਦੀ ਬਹਿਸ ਵੀ ਹੋਈ, ਜਿਸ ਮਗਰੋਂ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਰਿਲਾਇੰਸ ਦੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਸ਼ੋਰੂਮ ਬੰਦ ਹੋਣ ਨਾਲ ਉਹਨਾਂ ਨੂੰ ਤਨਖਾਹਾਂ ਮਿਲਣ 'ਚ ਮੁਸ਼ਕਿਲ ਹੋ ਰਹੀ ਹੈ। ਇਸ ਉੱਤੇ ਕਿਸਾਨਾਂ ਨੇ ਉਹਨਾਂ ਨੂੰ ਕਈ ਲੋਕਾਂ ਵੱਲੋਂ ਅੰਦੋਲਨ ਖਾਤਰ ਆਪਣੀਆਂ ਨੌਕਰੀਆਂ ਛੱਡਣ ਦੀ ਮਿਸਾਲ ਦਿੱਤੀ। ਇਸ ਬਹਿਸ ਮਗਰੋਂ ਰਿਲਾਇੰਸ ਦੇ ਇਸ ਸ਼ੋਰੂਮ ਨੂੰ ਬੰਦ ਕਰਵਾ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਹ ਅੰਬਾਨੀ ਤੇ ਅਡਾਨੀ ਦੇ ਕਿਸੇ ਕਾਰੋਬਾਰ ਨੂੰ ਨਹੀਂ ਚੱਲਣ ਦੇਣਗੇ। ਜਦ ਕਿ ਸਾਰਿਆਂ ਨੂੰ ਪਤਾ ਆ, ਇਕੱਲੇ ਇੰਡੀਆ ਨੂੰ, ਦੁਨੀਆ ਭਰ ਨੂੰ ਪਤਾ ਕਿ ਇੱਥੇ ਇੰਡੀਆ ਦੇ ਵਿੱਚ ਨਾ ਆਪਣੇ ਹੁਣ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨੀ ਅੰਦੋਲਨ, ਰਿਲਾਇੰਸ ਮਾਲ ਦਾ ਪ੍ਰੋਪਰ ਬਾਈਕਾਟ ਕੀਤਾ ਗਿਆ ਆ, ਰਿਲਾਇੰਸ ਦੇ ਉਤਪਾਦਾਂ ਦਾ ਵੀ। ਤਾਂ ਉਹਦੇ ਮੁਤਾਬਕ ਜਲੰਧਰ ਦੇ ਵਿੱਚ ਅਸੀਂ ਨਾ ਪਾਸਪੋਰਟ ਪਾਬੰਦੀ ਆਪੋਜੀਸ਼ਨ ਰਿਲਾਇੰਸ ਦਾ ਜਵੈਲਰਸ ਦਾ ਇਹ ਖੁੱਲ੍ਹਾ ਆ ਜਵੈਲਰ। ਇਹ ਸਾਨੂੰ ਅੱਗੇ ਵੀ ਰਿਪੋਰਟ ਆਈ ਸੀਗੀ। ਹੁਣ ਅਸੀਂ ਇੱਥੇ ਬੰਦ ਕਰਾਉਣ ਆਏ ਆ ਤਾਂ ਇਹ ਆਪਣੇ ਰੋਣੇ ਲਾਉਂਦੇ ਆ ਨਾ, ਇੱਥੇ EMPLOYEE ਆ। ਕਹਿਣ ਦੀ ਗੱਲ ਇਹ ਆ ਕਿ ਜੇ ਆਟਾ ਹੀ ਨਾ ਆਪਾਂ ਆਟਾ ਖਾਣਾ ਆ, ਦਾਣੇ ਖਾਣੇ ਆ, ਉਸ ਤੋਂ ਦਾਲਾਂ ਖਾਣੀਆਂ, ਉਹ ਕਿੱਥੇ ਹੁੰਦੀਆਂ? ਰਿਲਾਇੰਸ ਦੇ ਘਰ ਹੁੰਦੀਆਂ, ਰਿਲਾਇੰਸ ਵਾਲੇ ਦੇ ਘਰ ਹੁੰਦੀਆਂ ਕਿ ਉਹ ਇੱਕ ਆਪਣੇ
ਜਿਹੜੇ ਆਪਣੇ ਬੈਠੇ ਆ ਜਿਹੜੇ ਸੰਘਰਸ਼ ਤੇ ਕਿਸਾਨ, ਉਹਨਾਂ ਦੇ ਘਰ ਹੁੰਦੀਆਂ ਆ, ਕਿਹੜਾ ਮਿਹਨਤ ਕਰਦਾ ਆ। ਇਕੱਲੇ ਪੈਸੇ ਨਾਲ ਅਸੀਂ ਪੈਸੇ ਨਹੀਂ ਖਾਣੇ। ਇਹ ਕਹਿੰਦੇ ਸਾਡੀ ਸੈਲਰੀਆਂ ਨਹੀਂ ਮਿਲ ਰਹੀਆਂ। ਕਿੰਨੇ ਲੋਕ ਇੱਦਾਂ ਦੇ ਮੈਂ ਤੁਹਾਨੂੰ ਮਿਲਾ ਦਿੰਦਾ ਆ ਜਿਨ੍ਹਾਂ ਨੇ ਆਹ ਅੰਦੋਲਨ ਦੇ ਵਿੱਚ ਆਪਣੇ ਨੌਕਰੀਆਂ ਨੂੰ ਠੋਕਰ ਮਾਰਤੀ। ਔਰ ਇਹ ਨਹੀਂ ਕਿ ਉਹ 15,000 ਤੇ ਸੀ, ਉਹ ਲੱਖ ਰੁਪਏ 1.5 ਲੱਖ ਤੇ ਬੈਠੇ ਸੀ। ਉਹਨਾਂ ਨੇ ਲੱਤ ਮਾਰ ਕੇ ਕਿਸਾਨੀ ਸੰਘਰਸ਼ ਦੇ ਨਾਲ ਜੁੜ ਗਏ ਕਿ ਸਾਡੀ ਹੁਣ ਸਭ ਤੋਂ ਪਹਿਲਾਂ ਕਿਸਾਨੀ ਨਾਲ ਆ, ਚਾਹੇ ਸਾਡੇ ਕੋਲ ਜ਼ਮੀਨ ਹੈ ਜਾਂ ਨਹੀਂ ਹੈ। ਇੱਕ ਆਮ ਬੰਦਾ ਜਿਹੜਾ 200 ਰੁਪਏ ਦਿਹਾੜੀ ਕਰਦਾ, 300 ਕਰਦਾ, ਚਾਹੇ ਰਿਕਸ਼ਾ ਚਲਾਉਂਦਾ, ਹੁਣ ਖਾਣੀ ਰੋਟੀ ਆ ਜਿਹੜਾ ਕਿ ਕਿਸਾਨ ਉਗਾਉਂਦਾ ਦਿਨ ਰਾਤ ਇੱਕ ਕਰਕੇ। ਕਿਸਾਨ ਮਜ਼ਦੂਰ ਸਾਰੇ ਇਕੱਠੇ ਆ ਇਸ ਵਿੱਚ। ਜਦੋਂ ਤੱਕ ਬਿੱਲ ਰੱਦ ਨਹੀਂ ਹੁੰਦੇ ਰਿਲਾਇੰਸ ਮਾਲ ਬੰਦ ਰਹਿਣਗੇ। ਜਦ ਕਿ ਇਹ ਉਹ ਹਾਲ ਆ ਜਿੱਦਾਂ ਅੰਗਰੇਜ਼ ਆਏ ਸੀ ਈਸਟ ਇੰਡੀਆ ਕੰਪਨੀ ਵਿੱਚ, ਜਦੋਂ ਆਏ ਆ ਉਹਨਾਂ ਦੇ ਅੰਡਰ ਜਿਹੜੇ ਬੰਦੇ ਕੰਮ ਕਰਦੇ ਸੀ ਉਹਨਾਂ ਦੀ ਬੋਲੀ ਬੋਲਦੇ ਸੀਗੇ, ਜਿਹਨਾਂ ਕਰਕੇ ਅਸੀਂ ਗੁਲਾਮ ਹੋਏ। ਅੱਜ ਅਸੀਂ ਹਾਲਾਤ ਉੱਥੇ ਖੜੇ ਆ। ਅਸੀਂ ਆਪਣੀ ਜ਼ਮੀਨ ਨੂੰ ਕਿਉਂ ਨਹੀਂ ਪੁੱਛਦੇ ਕਿ ਅਸੀਂ ਜੇ ਅਸੀਂ ਕੰਮ ਹੀ ਕਰਨਾ, ਰੋਟੀ ਕਮਾਉਣੀ, ਉਹਦੇ ਵਿੱਚ ਰੀਜ਼ਨ ਹੋਰ ਬਹੁਤ ਆ, ਬਹੁਤ ਸਾਡੇ ਕੋਲ ਹੱਲ ਹੈਗੇ ਆ। ਦੱਸ ਦਈਏ ਕਿ ਕੇਂਦਰ ਵੱਲੋਂ ਨਵੇਂ ਖੇਤੀ ਕਾਨੂੰਨ ਬਣਾਏ ਜਾਣ ਦੇ ਬਾਅਦ ਤੋਂ ਹੀ ਕਿਸਾਨ ਸਿਆਸੀ ਲੀਡਰਾਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰਾਂ ਤੇ ਟੋਲ ਪਲਾਜ਼ਿਆਂ ਦਾ ਘਿਰਾਓ ਕਰ ਰਹੇ ਨੇ। ਇੱਕ ਪਾਸੇ ਸਰਕਾਰ ਆਪਣੀ ਜਿੱਦ ਛੱਡਣ ਨੂੰ ਤਿਆਰ ਨਹੀਂ ਹੈ ਅਤੇ ਦੂਜੇ ਪਾਸੇ ਕਿਸਾਨ ਲਗਾਤਾਰ ਆਪਣੇ ਸੰਘਰਸ਼ ਨੂੰ ਤੇਜ਼ ਕਰ ਰਹੇ ਨੇ। ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੇ ਚੰਡੀਗੜ੍ਹ ਦੇ ਸੈਕਟਰ 48 ਦੀ ਮੋਟਰ ਮਾਰਕੀਟ 'ਚ ਸਮਾਗਮ ਵਿੱਚ ਪਹੁੰਚੇ ਭਾਜਪਾ ਦੇ ਸੀਨੀਅਰ ਆਗੂ ਸੰਜੇ ਟੰਡਨ ਅਤੇ ਮੇਅਰ ਰਵੀਕਾਂਤ ਸ਼ਰਮਾ ਦਾ ਵਿਰੋਧ ਕੀਤਾ। ਇਸ ਦੌਰਾਨ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਕਾਲੇ ਝੰਡੇ ਦਿਖਾਏ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ, ਪਰ ਇਹ ਨਾਕਾਫੀ ਸਾਬਿਤ ਹੋਏ। ਕਿਸਾਨਾਂ ਦੇ ਪਥਰਾਅ ਨਾਲ ਭਾਜਪਾ ਆਗੂਆਂ ਦੇ ਕਾਫਲੇ ਦੀਆਂ ਕੁਝ ਗੱਡੀਆਂ ਦੇ ਸ਼ੀਸ਼ੇ ਟੁੱਟੇ। ਪੁਲਿਸ ਨੇ ਬੜੀ ਮੁਸ਼ਕਿਲ ਨਾਲ ਭਾਜਪਾ ਲੀਡਰਾਂ ਨੂੰ ਕਿਸਾਨਾਂ ਦੇ ਘੇਰੇ ਵਿੱਚੋਂ ਕੱਢ ਕੇ ਵਾਪਸ ਭੇਜਿਆ। ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਖਿਲਾਫ ਅੱਜ ਫਗਵਾੜਾ 'ਚ ਮਹਿਲਾਵਾਂ ਵੱਲੋਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ ਦੀ ਅਗਵਾਈ 'ਚ ਕੀਤੇ ਮਹਿਲਾਵਾਂ ਨੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ। ਕੇਂਦਰ ਵਿਰੁੱਧ ਨਾਅਰੇਬਾਜ਼ੀਕਾਰੀਆਂ ਇਹਨਾਂ ਮਹਿਲਾਵਾਂ ਦਾ ਕਹਿਣਾ ਸੀ ਕਿ ਮਨਮੋਹਨ ਸਰਕਾਰ ਵੇਲੇ 400 ਰੁਪਏ 'ਚ ਮਿਲਣ ਵਾਲੇ ਗੈਸ ਸਿਲੰਡਰ ਦੀ ਕੀਮਤ ਹੁਣ 800 ਰੁਪਏ ਤੋਂ ਪਾਰ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਗਰੀਬ ਲੋਕਾਂ ਦਾ ਕੋਈ ਪਰਵਾਹ ਨਹੀਂ ਹੈ। ਮਮਤਾ ਦੱਤਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੋਦੀ ਨੇ ਅੱਛੇ ਦਿਨ ਦਾ ਨਾਅਰਾ ਦਿੱਤਾ ਸੀ, ਪਰ ਲੋਕ ਹੁਣ ਕਾਂਗਰਸ ਦੇ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੇ ਨੇ। ਤਕਰੀਬਨ ਰੋਜ਼ ਜਿਹੜੇ ਮਹਿੰਗਾਈ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ ਡਿਸਟ੍ਰਿਕਟ ਵਾਈਜ਼, ਉਸੇ ਕੜੀ ਦੇ ਵਿੱਚ ਅੱਜ ਸਾਡੇ ਦੇ ਪ੍ਰੈਜ਼ੀਡੈਂਟ ਮੈਡਮ ਸਰਜੀਵਨ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਇੱਥੇ ਸਾਡਾ ਇਹ ਜਿਹੜਾ ਰੋਸ ਪ੍ਰਦਰਸ਼ਨ ਹੋ ਰਿਹਾ ਹੈ। ਔਰ ਜਿਹੜਾ ਹਰੇਕ ਅੱਜ ਚਾਹੇ ਪੈਟਰੋਲ ਦੀ ਕੀਮਤ ਹੈ, ਚਾਹੇ ਡੀਜ਼ਲ ਦੀ ਕੀਮਤ ਹੈ, ਗੈਸ ਸਿਲੰਡਰ ਦੀ ਹੈ, ਖਾਣ ਪੀਣ ਵਾਲੀਆਂ ਚੀਜ਼ਾਂ ਦੀ ਜਿਹੜੀ ਕੀਮਤਾਂ ਉਹ ਸਮਾਨ ਨੂੰ ਛੂ ਰਹੀਆਂ ਨੇ। ਔਰ ਇਹ ਸੁੱਤੀ ਸਰਕਾਰ ਜਿਹੜੇ ਮੋਦੀ ਜੀ ਸੁੱਤੇ ਪਏ ਨੇ, ਕੁੰਭਕਰਨ ਦੀ ਨੀਂਦ ਸੁੱਤੇ ਹੋਏ ਆ, ਉਹਨਾਂ ਨੂੰ ਉਠਾਉਣ ਵਾਸਤੇ ਜਿਹੜੇ ਪ੍ਰਦਰਸ਼ਨ ਹੈ ਰੈਗੂਲਰ ਹੋ ਰਹੇ ਨੇ। ਔਰ ਅਸੀਂ ਸਮਝਦੇ ਹਾਂ ਕਿ ਇਹ ਤਾਨਾਸ਼ਾਹੀ ਸਰਕਾਰ ਆਪਣੀ ਮਰਜ਼ੀ ਦੇ ਫੈਸਲੇ ਜਿਹੜੇ ਰਾਤੋਂ ਰਾਤ ਕਰ ਦਿੰਦੀ ਹੈ। ਬਿਲਕੁਲ ਸ਼ਰਮ ਨਾਮ ਦੀ ਕੋਈ ਚੀਜ਼ ਨਹੀਂ ਰਹੀ। ਸਾਡੀਆਂ ਮਹਿਲਾਵਾਂ ਅੱਜ ਉਹਨਾਂ ਨੂੰ ਜਵਾਬ ਮੰਗਦੀਆਂ ਨੇ ਕਿ ਜਦੋਂ ਸਿਲੰਡਰ ਪਹਿਲੇ 400 ਰੁਪਏ ਸੀ, ਜਰਾ ਵਜਨ ਸਮ੍ਰਿਤੀ ਇਰਾਨੀ ਜੀ ਸੜਕਾਂ ਦੇ ਉੱਤੇ ਆ ਜਾਂਦੇ ਸੀ। ਅਸੀਂ ਸਮ੍ਰਿਤੀ ਇਰਾਨੀ ਨੂੰ ਅੱਜ ਪੁੱਛਣਾ ਚਾਹੁੰਦੇ ਹਾਂ, ਜਿਹੜੇ ਬੀਜੇਪੀ 'ਚ ਮੰਤਰੀ ਨੇ, ਕਿ ਅੱਜ ਉਹ ਕਿੱਥੇ ਸੁੱਤੇ ਪਏ ਨੇ? ਉਹਨਾਂ ਦੀ ਆਤਮਾ ਮਰ ਗਈ ਹੈ। ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਆਪਣੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਹਿਲਾਵਾਂ ਦਾ ਦਰਦ ਸਮਝਦੇ ਹੋਏ ਉਹ ਇਹ ਅਪੀਲ ਕਰਨ, ਕਿਤੇ ਮੋਦੀ ਨੂੰ ਸਮਝਾਉਣ ਕਿ ਜਿਹੜੇ ਇੰਨੀਆਂ ਕੀਮਤਾਂ ਵਧੀਆਂ, ਸਾਡੀਆਂ ਭੈਣਾਂ ਚੁੱਲ੍ਹਾ ਚੌਂਕਾ ਕਿਸ ਤਰ੍ਹਾਂ ਚਲਾਉਣ। ਕਿਉਂਕਿ ਕਰੋਨਾ ਦੀ ਮਹਾਮਾਰੀ ਨੇ ਅੱਜ ਹਰੇਕ ਵਰਗ ਦਾ ਸਤਿਆਨਾਸ਼ ਕਰਕੇ ਰੱਖਿਆ। ਰੁਜ਼ਗਾਰ ਲੋਕਾਂ ਦੇ ਬੰਦ ਹੋ ਚੁੱਕੇ ਹੈ। ਉੱਥੇ ਸਾਡੀਆਂ ਭੈਣਾਂ ਰਸੋਈ ਕਿਸ ਤਰ੍ਹਾਂ ਚਲਾਉਣ? ਤੇਲ ਦੀ ਕੀਮਤ ਵੱਧ ਗਈ ਹੈ, ਦਾਲਾਂ ਦੀਆਂ ਕੀਮਤਾਂ ਵੱਧ ਗਈ, ਸਬਜ਼ੀਆਂ ਦੀਆਂ ਕੀਮਤਾਂ ਵੱਧ ਗਈਆਂ, ਸਿਲੰਡਰ ਜਿਹੜਾ ਕਿ 950 ਤੋਂ ਉੱਪਰ ਹੁੰਦਾ ਜਾ ਰਿਹਾ। ਸਾਡੀਆਂ ਭੈਣਾਂ ਕਹਿੰਦੀਆਂ ਨੇ, ਇਹ ਕਹਿੰਦੇ ਸੀ ਮੋਦੀ ਸੱਤਾ ਕਹਿ ਕੇ ਆਇਆ ਸੀ ਕਿ ਅੱਛੇ ਦਿਨ ਆਣਗੇ। ਸਾਡੀਆਂ ਮਹਿਲਾਵਾਂ ਅੱਜ ਪੁੱਛਣਾ ਚਾਹੁੰਦੀਆਂ ਨੇ ਕਿੱਥੇ ਗਏ ਉਹ ਅੱਛੇ ਦਿਨ? ਦਿਨ ਅੱਛੇ ਨੇ, ਦਿਨ ਪੁਰਾਣੇ ਲਿਆਣੇ ਪੈਣੇ ਸਾਡੀਆਂ ਭੈਣਾਂ ਨੂੰ। ਸਿਲੰਡਰ ਦੀ ਕੀਮਤ ਇੰਨੀ ਜ਼ਿਆਦਾ ਹੋ ਗਈ ਜਿਹੜੀ ਹਰ ਕੋਈ ਅਫੋਰਡ ਹੀ ਨਹੀਂ ਕਰ ਸਕਦਾ। ਉਹਨਾਂ ਨੂੰ ਲੱਗਦਾ ਚੁੱਲ੍ਹੇ ਜਲਾਣੇ ਪੈਣੇ, ਗੀਠੀਆਂ ਚਲਾਉਣੀਆਂ ਪੈਣੀਆਂ ਤੇ ਉਹਦੇ ਤੇ ਰੋਟੀਆਂ ਬਣਾਉਣੀਆਂ ਪੈਣੀਆਂ। ਪੰਜਾਬ 'ਚ ਇੰਨੀ ਦਿਨੀ ਆਈਲੈਟਸ ਮਗਰੋਂ ਵਿਆਹ ਕਰਵਾ ਕੇ ਕੁੜੀਆਂ ਦੇ ਵਿਦੇਸ਼ ਜਾਣ ਤੇ ਆਪਣੇ ਪਤੀਆਂ ਨੂੰ ਧੋਖਾ ਦੇਣ ਦੀਆਂ ਸ਼ਿਕਾਇਤਾਂ ਦਾ ਹੜ੍ਹ ਆਇਆ ਹੋਇਆ। ਹੁਣ ਕਪੂਰਥਲਾ ਦੇ ਪਿੰਡ ਸਰਾਏ ਜੱਟਾਂ ਦੇ ਰਹਿਣ ਵਾਲੇ ਲਵਜੀਤ ਸਿੰਘ ਨੇ ਆਪਣੀ ਪਤਨੀ ਜੈਸਮੀਨ ਤੇ ਸੰਗੀਨ ਆਰੋਪ ਲਗਾਏ ਨੇ। ਲਵਜੀਤ ਮੁਤਾਬਕ ਉਸਨੇ ਆਪਣੀ ਜ਼ਮੀਨ ਵੇਚ ਕੇ ਤੇ 21 ਲੱਖ ਰੁਪਏ ਲਗਾ ਕੇ ਜੈਸਮੀਨ ਨੂੰ ਆਪਣੀ ਭੈਣ ਕੋਲ ਆਸਟ੍ਰੇਲੀਆ ਭੇਜਿਆ ਸੀ। ਉੱਥੇ ਪੁੱਜਣ ਦੇ ਕੁਝ ਸਮੇਂ ਬਾਅਦ ਜੈਸਮੀਨ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਆਪਣਾ ਸਮਾਨ ਚੁੱਕ ਕੇ ਕਿਸੇ ਹੋਰ ਮੁੰਡੇ ਨਾਲ ਘਰੋਂ ਚਲੀ ਗਈ। ਜੈਸਮੀਨ ਦੇ ਪਿਤਾ ਨੇ ਇਹਨਾਂ ਆਰੋਪਾਂ ਤੋਂ ਇਨਕਾਰ ਕੀਤਾ ਅਤੇ ਆਪਣੀ ਧੀ ਦੀਆਂ ਤਸਵੀਰਾਂ ਵਾਇਰਲ ਕਰਨ ਤੇ ਲਵਜੀਤ ਦੇ ਪਰਿਵਾਰ ਨੂੰ ਮਾਣਹਾਨੀ ਦਾ ਮੁਕੱਦਮਾ ਕਰਨ ਦੀ ਚੇਤਾਵਨੀ ਦਿੱਤੀ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਲਵਪ੍ਰੀਤ ਤੇ ਬੇਅੰਤ ਕੌਰ ਦੀ ਕਹਾਣੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਵਿਦੇਸ਼ ਗਈਆਂ ਕੁੜੀਆਂ ਉੱਤੇ ਉਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ। ਹੁਣ ਅਜਿਹਾ ਹੀ ਇੱਕ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ, ਜਿੱਥੇ ਦੇ ਰਹਿਣ ਵਾਲੇ ਲਵਜੀਤ ਸਿੰਘ ਨੇ ਆਪਣੀ ਪਤਨੀ ਜੈਸਮੀਨ ਕੌਰ ਉੱਤੇ ਉਸ ਨਾਲ ਧੋਖਾ ਕਰਨ ਦੇ ਆਰੋਪ ਲਗਾਏ ਨੇ।
ਲਵਜੀਤ ਮੁਤਾਬਕ ਉਸ ਦਾ ਵਿਆਹ ਸਾਲ 2017 ਦੇ ਵਿੱਚ ਜੈਸਮੀਨ ਕੌਰ ਨਾਲ ਪੂਰੀ ਗੁਰਮਰਿਆਦਾ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮਾਂ ਬਾਅਦ ਹੀ ਜੈਸਮੀਨ ਲਵਜੀਤ ਦੀ ਆਸਟ੍ਰੇਲੀਆ ਰਹਿੰਦੀ ਭੈਣ ਕੋਲ ਚਲੀ ਗਈ। ਜੈਸਮੀਨ ਨੂੰ ਆਸਟ੍ਰੇਲੀਆ ਲਵਜੀਤ ਦੇ ਪਿਤਾ ਮੁਖਤਾਰ ਸਿੰਘ ਆਪ ਛੱਡ ਕੇ ਆਏ ਸਨ। ਇਸ ਉੱਤੇ ਲਵਜੀਤ ਦੇ ਪਰਿਵਾਰ ਦਾ ਕਰੀਬ 21 ਲੱਖ ਰੁਪਏ ਖਰਚਾ ਵੀ ਆਇਆ। ਲਵਜੀਤ ਮੁਤਾਬਕ ਆਸਟ੍ਰੇਲੀਆ ਪੁੱਜਣ ਦੇ ਬਾਅਦ ਹੀ ਜੈਸਮੀਨ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਆਪਣਾ ਸਮਾਨ ਚੁੱਕ ਕੇ ਇੱਕ ਮੁੰਡੇ ਨਾਲ ਚਲੀ ਗਈ। ਲਵਜੀਤ ਨੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੇਣ ਦੀ ਗੁਹਾਰ ਲਗਾਈ ਹੈ। ਸਾਡੀ 2017 ਦੇ ਵਿੱਚ ਮੈਰਿਜ ਹੋਈ। ਦਸੰਬਰ ਮਹੀਨੇ ਦੇ ਵਿੱਚ 2 ਮਹੀਨੇ ਕੁੜੀ ਜਿਹੜੀ ਆ ਸਾਡੇ ਘਰੇ ਰਹੀ ਆ ਤੇ ਉਹ ਸਾਰੇ ਪਿੰਡ ਰਿਸ਼ਤੇਦਾਰੀ ਦੇ ਵਿੱਚ ਵਿਚਰੀ ਆ, ਸਾਰਾ ਕੁਛ ਆਉਣ ਜਾਣ ਹੋਇਆ ਆ। ਤੇ ਉਹ 2018 ਦੇ ਮਾਰਚ ਦੇ ਵਿੱਚ ਜਿਹੜਾ ਆ ਉਹ ਚਲੇ ਗਈ ਆ, ਆਸਟ੍ਰੇਲੀਆ ਚਲੇ ਗਈ ਆ। ਫਿਰ ਉਸ ਤੋਂ ਬਾਅਦ ਉਹਨੇ ਸਾਡੇ ਨਾਲ ਉੱਥੇ, ਮੇਰੀ ਸਿਸਟਰ ਆ ਆਸਟ੍ਰੇਲੀਆ ਦੀ, ਲੜਕੀ ਜਿਹੜੀ ਆ ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਆ, ਪੰਡੋਰੀ ਮੁਹੱਲੇ ਦੀ। ਉਹਦਾ ਨਾਂ ਜੈਸਮੀਨ ਕੌਰ ਆ ਤੇ ਉਹਦੇ ਫਾਦਰ ਦਾ ਨਾਮ ਨਛੱਤਰ ਸਿੰਘ ਆ। ਤੇ ਉਹ ਜਦੋਂ ਉੱਥੇ ਆਸਟ੍ਰੇਲੀਆ ਦੇ ਵਿੱਚ ਚਲੀ ਗਈ ਆ ਤੇ ਉਹ ਉਦੋਂ ਬਾਅਦ ਵਿੱਚ ਉਹਨੇ 2 ਮਹੀਨੇ ਸਾਡੇ ਨਾਲ ਕੰਟੈਕਟ ਰੱਖਿਆ ਆ। ਉਦੋਂ ਬਾਅਦ ਵਿੱਚ ਉਹਨੇ ਕੰਟੈਕਟ ਜਿਹੜਾ ਹੈ ਸਾਡੇ ਨਾਲ ਬੰਦ ਕਰ ਦਿੱਤਾ ਆ। ਤੇ ਨਹੀਂ, ਜਿਹੜਾ ਬਾਹਰ ਭੇਜਣ 'ਤੇ ਖਰਚਾ ਹੈ ਉਹ ਸਾਰਾ ਸਾਡੇ ਵੱਲੋਂ ਕੀਤਾ ਗਿਆ ਹੈ। ਮੇਰੇ ਫਾਦਰ ਸਾਹਿਬ ਨੇ ਜ਼ਮੀਨ ਜਿਹੜੀ ਆ ਵੇਚ ਕੇ ਮੇਰੇ ਭਵਿੱਖ ਵਾਸਤੇ ਜਿਹੜਾ ਆ ਉਹਦੇ ਉੱਪਰ ਜਿਹੜਾ 21 ਲੱਖ ਦੇ ਕਰੀਬ ਖਰਚ ਕੀਤਾ ਆ। ਤੇ ਉਹ ਬਾਅਦ ਵਿੱਚ ਉਹਨੇ ਬਾਹਰ ਜਾ ਕੇ ਉਹ ਕਹਿੰਦੇ ਸੀਗੇ ਕਿ ਤੈਨੂੰ ਬਾਹਰ ਸੱਦਾਂਗੇ। ਉਹਨੇ ਬਾਅਦ ਦੇ ਵਿੱਚ ਸਾਨੂੰ ਕੋਈ ਜਿਹੜਾ ਵਾ ਨਿਆਂ ਨਹੀਂ ਦਿੱਤਾ, ਕੋਈ ਉਹਨੇ ਸਾਨੂੰ ਜਿਹੜਾ ਨੂੰ ਉੱਥੇ ਬੁਲਾਇਆ ਨਹੀਂ, ਸਾਡੇ ਨਾਲ ਜਿਹੜਾ ਹੈ ਕੰਟੈਕਟ ਬੰਦ ਕਰ ਦਿੱਤਾ। ਲੜਾਈ ਝਗੜਾ ਹੋਇਆ? ਨਹੀਂ, ਸਾਡੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ ਜੀ। ਉਹਦੇ ਜਦੋਂ ਘਰੋਂ ਗਈ ਆ ਮੇਰੀ ਸਿਸਟਰ ਦੇ, ਉਹਨੂੰ ਇੱਕ ਲੜਕਾ ਲੈਣ ਆਇਆ, ਉਹਦੀ ਵੀਡੀਓ ਜਿਹੜੀ ਆ ਸਾਡੇ ਕੋਲ ਹੈਗੀ ਆ, ਉਹ ਅਸੀਂ ਜਿਹੜੀ ਆ ਦਿਖਾ ਸਕਦੇ ਹਾਂ। ਦੂਜੇ ਪਾਸੇ ਜੈਸਮੀਨ ਦੇ ਪਿਤਾ ਨਛੱਤਰ ਸਿੰਘ ਨੇ ਉਸ ਉੱਤੇ ਲੱਗੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਉਹਨਾਂ ਮੁਤਾਬਕ ਆਸਟ੍ਰੇਲੀਆ ਰਹਿੰਦੀ ਲਵਜੀਤ ਦੀ ਭੈਣ ਜੈਸਮੀਨ ਨੂੰ ਪਸੰਦ ਨਹੀਂ ਕਰਦੀ ਸੀ ਅਤੇ ਉਸਨੇ ਹੀ ਜੈਸਮੀਨ ਨੂੰ ਘਰੋਂ ਕੱਢ ਦਿੱਤਾ ਸੀ। ਇਸ ਸੰਬੰਧੀ ਲਵਜੀਤ ਦੇ ਪਰਿਵਾਰ ਨੇ ਜੋ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਉਹ ਵੀ ਜਾਂਚ ਤੋਂ ਬਾਅਦ ਰੱਦ ਕਰ ਦਿੱਤੀ ਗਈ ਹੈ। ਉਹਨਾਂ ਜੈਸਮੀਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਨ ਉੱਤੇ ਲਵਜੀਤ ਦੇ ਪਰਿਵਾਰ ਨੂੰ ਮਾਨਹਾਨੀ ਦਾ ਮੁਕੱਦਮਾ ਕਰਨ ਦੀ ਚੇਤਾਵਨੀ ਦਿੱਤੀ ਹੈ। ਇਹ ਬਿਲਕੁਲ ਝੂਠ ਹੈ ਜੀ, ਕੋਈ ਇਹਦੇ ਵਿੱਚ ਸੱਚਾਈ ਨਹੀਂ ਹੈਗੀ। ਸਾਡਾ ਅਸੀਂ ਜੋ ਕੀਤਾ ਜੈਨੂਨ ਕੀਤਾ, ਵਿਆਹ ਸਾਡਾ ਜੈਨੂਨ ਹੋਇਆ ਆ। ਇਹਨਾਂ ਦੇ ਘਰ ਰਹੀ ਆ ਕੁੜੀ, ਇਹਨਾਂ ਨੇ ਭੇਜੇ, ਇਹਨਾਂ ਦੇ ਘਰੋਂ ਹੀ ਗਈ ਆ। ਖੁਦ ਕੁੜੀ ਦਾ ਸਹੁਰਾ ਸਾਹਿਬ ਇਹਨੂੰ ਉੱਥੇ ਛੱਡ ਕੇ ਆਇਆ ਆਸਟ੍ਰੇਲੀਆ ਜਾ ਕੇ। ਉੱਥੇ ਮੁੰਡੇ ਦੀ ਭੈਣ ਉੱਥੇ ਰਹਿੰਦੀ ਸੀਗੀ, ਉਹਦੇ ਕੋਲ ਰਹੀ ਆ 6-7 ਮਹੀਨੇ, ਉਹਨਾਂ ਦੇ ਘਰੇ ਰਹੀ ਆ। ਇਹੋ ਹੀ ਇਹਨੂੰ ਉਹ ਜਿਹੜੀ ਉੱਥੇ ਇਹਨਾਂ ਦੀ ਭੈਣ ਆ ਉਹ ਤੰਗ ਪਰੇਸ਼ਾਨ ਕਰਦੀ ਸੀ, ਉਹਨੇ ਇਹਨੂੰ ਕੱਢਿਆ ਘਰੋਂ। ਪਹਿਲਾਂ ਰਾਜੀਨਾਮੇ ਨੂੰ ਫਿਰਦੇ, ਹੁਣ ਇਹਨਾਂ ਨੇ ਪਤਾ ਨਹੀਂ ਇਹਨਾਂ ਦੇ ਕੀ ਆ, ਇਹ ਮੁੱਕਰ ਗਏ ਆਪਣੇ ਆਪ ਹੀ। ਇਹਨਾਂ ਨੇ ਫੋਟੋਆਂ ਚੱਕ ਕੇ ਸਾਡੀਆਂ ਕੁੜੀਆਂ ਦੀਆਂ ਵਾਇਰਲ ਕਰਤੀਆਂ ਸੋਸ਼ਲ ਮੀਡੀਆ 'ਤੇ। ਕੱਲ੍ਹ ਨੂੰ ਜੇ ਸਾਡੀ ਕੁੜੀ ਨੂੰ ਕੁਝ ਹੋ ਜਾਂਦਾ, ਉਹ ਕੁੜੀ ਸਾਡੀ ਡਿਪਰੈਸ਼ਨ 'ਚ ਚਲੇਗੀ ਆ। ਜੇ ਕੱਲ੍ਹ ਨੂੰ ਸਾਡੀ ਕੁੜੀ ਨੂੰ ਕੁਝ ਹੋ ਜਾਂਦਾ ਆ ਤਾਂ ਇਹ ਜ਼ਿੰਮੇਵਾਰ ਇਹ ਹੋਣਗੇ। ਜੇ ਉਹ ਕੁੜੀ ਕੁਛ ਉਹ ਉੱਚਾ ਨੀਵਾਂ ਕਰ ਲੈਂਦੀ ਆ ਤੇ ਜ਼ਿੰਮੇਵਾਰ ਇਹ ਹੋਣਗੇ। ਇਹਨਾਂ ਤੇ ਅਸੀਂ ਮਾਣਹਾਨੀ ਦਾ ਕੇਸ ਠੋਕਾਂਗੇ। ਇਹਨਾਂ ਨੇ ਸਾਡੀ ਕੁੜੀ ਦੀਆਂ ਫੋਟੋਆਂ ਵੀ ਵਾਇਰਲ ਕੀਤੀਆਂ। ਇਸ ਪੂਰੇ ਮਾਮਲੇ ਉੱਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਮਾਮਲੇ ਦੀ ਦੁਬਾਰਾ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਕੋਈ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। FIR ਨੰਬਰ ਜਿਹੜੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ 105 ਨੰਬਰ ਦਰਜ ਕੀਤੀ ਗਈ ਹੈ ਮੁਖਤਾਰ ਸਿੰਘ ਦੀ ਸਟੇਟਮੈਂਟ ਦੇ ਉੱਤੇ, ਤੇ ਇਹ ਫਰਦਰ ਜਿਹੜਾ ਹੈਗਾ ਇਹਦੀ ਰੀਇਨਵੈਸਟੀਗੇਸ਼ਨ ਸਾਡੇ ਮਾਨਯੋਗ SSP ਸਾਹਿਬ ਨੇ ਮਾਰ ਕੀਤੀ ਹੈ। ਮਾਮਲਾ ਤੇ ਲੜਕੀ ਸੀ ਇੱਥੋਂ ਕੰਸਰਨਡ ਮੁਖਤਾਰ ਸਿੰਘ ਉਹਨਾਂ ਨੇ ਪਰਚਾ ਦਰਜ ਕਰਵਾਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਸਟ੍ਰੇਲੀਆ ਚਲੇ ਗਈ ਸੀ ਲੜਕੀ। ਉਸ ਤੋਂ ਬਾਅਦ ਉਹਦੀ ਸਿਸਟਰ ਵਗੈਰਾ ਜਿਹੜੀ ਸੀ ਉਹਦੇ ਕੋਲ ਚਲੇ ਗਈ ਸੀ। ਉਸ ਤੋਂ ਬਾਅਦ ਉਹ ਆਪਣੇ ਫਰੈਂਡਸ ਵਗੈਰਾ ਕੋਲ ਰਹਿਣ ਲੱਗ ਪਈ ਸੀ। ਇਹਨਾਂ ਦਾ ਆਪਸ ਵਿੱਚ ਨਹੀਂ ਬਣੀ ਸੀ, ਇਹ ਬੇਸ ਸੀ ਇਹਨਾਂ ਦਾ। ਹੁਣ ਇਸ ਮਾਮਲੇ 'ਚ ਕੌਣ ਸਹੀ ਹੈ ਅਤੇ ਕੌਣ ਗਲਤ, ਇਸ ਦਾ ਫੈਸਲਾ ਜਾਂਚ ਤੋਂ ਬਾਅਦ ਹੀ ਹੋ ਸਕੇਗਾ, ਪਰ ਉਦੋਂ ਤੱਕ ਦੋਵੇਂ ਹੀ ਪਰਿਵਾਰਾਂ ਨੂੰ ਮਾਨਸਿਕ ਪਰੇਸ਼ਾਨੀ ਝੱਲਣ ਲਈ ਮਜਬੂਰ ਹੋਣਾ ਪਵੇਗਾ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਪਹਿਲਾਂ ਇੱਕ ਔਰਤ ਦੀ ਸ਼ਿਕਾਇਤ ਤੇ ਅਦਾਲਤ ਦੇ ਹੁਕਮ ਤੋਂ ਬਾਅਦ ਬੈਂਸ ਉੱਤੇ ਬਲਾਤਕਾਰ ਦਾ ਪਰਚਾ ਦਰਜ ਕੀਤਾ ਗਿਆ ਸੀ ਅਤੇ ਹੁਣ ਇੱਕ ਹੋਰ ਮਹਿਲਾ ਬੈਂਸ ਖਿਲਾਫ ਕਮਿਸ਼ਨਰ ਦੇ ਦਫ਼ਤਰ ਬਾਹਰ ਭੁੱਖ ਹੜਤਾਲ ਉੱਤੇ ਬੈਠ ਗਈ ਹੈ। ਇਸ ਮਹਿਲਾ ਨੇ ਵੀ ਬੈਂਸ ਤੇ ਜਬਰ ਜਨਾਹ ਦੇ ਆਰੋਪ ਲਗਾਉਂਦਿਆਂ ਕਿਹਾ ਕਿ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲਦਾ ਉਹ ਭੁੱਖ ਹੜਤਾਲ ਉੱਤੇ ਜਾਰੀ ਰਹੇਗੀ ਅਤੇ ਲੋੜ ਪੈਣ ਉੱਤੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਵੀ ਪਿੱਛੇ ਨਹੀਂ ਹਟੇਗੀ। ਸਰ ਭੁੱਖ ਹੜਤਾਲ ਤੇ ਬੈਠੇ ਆ ਅਣਮਿੱਥੇ ਸਮੇਂ ਲਈ 16 ਨਵੰਬਰ 2012 ਕਿਉਂਕਿ ਮੇਰੀ ਸੁਣਵਾਈ ਨਹੀਂ ਹੋ ਰਹੀ। ਮੇਰਾ ਬੈਂਸ ਦੇ ਖਿਲਾਫ
ਪਰਚਾ ਸੀ, ਕੰਪਲੇਂਟ ਸੀਗੀ 9 ਤਰੀਕ ਨੂੰ, 9 ਜੂਨ ਨੂੰ ਮੈਂ ਕੰਪਲੇਂਟ ਕੀਤੀ ਸੀਗੀ। FIR ਨਹੀਂ ਹੋ ਰਹੀ, ਪਰਚਾ ਨਹੀਂ ਹੋ ਰਿਹਾ, ਮੇਰੀ ਕੰਪਲੇਂਟ ਉੱਥੇ ਦੀ ਉੱਥੇ ਹੀ ਪਈ ਹੈ। ਮੇਰੀ ਬਲਾਤਕਾਰ ਪੀੜਤ, ਹਾਂਜੀ ਸਰ, ਅਣਮਿੱਥੇ ਸਮੇਂ ਲਈ ਬੈਠੇ ਆ ਭੁੱਖ ਹੜਤਾਲ ਤੇ। ਜਦੋਂ ਤੱਕ ਉਹਨਾਂ ਤੇ ਪਰਚਾ ਨਹੀਂ ਹੁੰਦਾ, ਉਹਨਾਂ ਦੀ ਅਰੈਸਟ ਨਹੀਂ ਹੁੰਦੀ, ਉਦੋਂ ਤੱਕ ਬੈਠੇ ਆ। ਸਿਮਰਜੀਤ ਸਿੰਘ ਬੈਂਸ ਬਲਾਤਕਾਰੀ ਦੇ ਉੱਤੇ ਪਿਛਲੇ ਦਿਨੀ ਇੱਕ ਬਲਾਤਕਾਰ ਦਾ ਮਾਮਲਾ ਦਰਜ ਹੋਇਆ। ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਉਸੇ ਮਾਮਲੇ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੂੰ ਅਰੈਸਟ ਕਰਕੇ ਆ ਜਿਹੜਾ ਬਾਹਰ CA ਸਟਾਫ ਬਣਾਇਆ ਨਾ ਤੁਸੀਂ, ਇੱਥੇ ਸਿਰਫ ਅੱਧਾ ਘੰਟਾ ਸਿਮਰਜੀਤ ਸਿੰਘ ਬੈਂਸ ਤੇ ਲਾ ਲਓ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਜੇ। ਔਰ ਜਿਹੜੇ ਬੰਦੇ ਨੂੰ ਤੁਸੀਂ ਸ਼ੇਰ ਸਮਝਦੇ ਹੋ ਨਾ, ਉਹ ਸ਼ੇਰ ਨਹੀਂ ਹੈ, ਇੱਕ ਬੱਕਰੀ ਹੈ, ਚਲਾਕ ਲੁੰਬੜੀ। ਤੇ ਜਦੋਂ ਉਹਨੂੰ ਤੁਸੀਂ ਕਾਪੀ ਪੈਨ ਦਿਓਗੇ ਤੇ ਅੱਧਾ ਘੰਟਾ CA ਸਟਾਫ ਚ ਲਾਓਗੇ, ਸਾਰਾ ਦੱਸ ਦੂਗਾ ਵੀ ਕਿਹੜੇ ਕਿਹੜੇ ਵੇਲੇ ਕਿਹੜੇ ਕਿਹੜੇ ਕਾਰਨਾਮੇ ਉਹਨੇ ਕਿਹੜੀ ਕਿਹੜੀ ਜਗ੍ਹਾ ਤੇ ਕੀਤੇ ਨੇ। ਸਿਮਰਜੀਤ ਸਿੰਘ ਬੈਂਸ ਦਾ ਕਰਾਓ ਸਭ ਤੋਂ ਪਹਿਲੇ ਨਾਰਕੋ ਟੈਸਟ, ਤਾਂ ਜੋ ਤੁਹਾਨੂੰ ਸੱਚਾਈ ਸਾਹਮਣੇ ਆ ਸਕੇ। ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਦੇ ਭਰਾ ਬਲਜੀਤ ਸਿੰਘ ਪਾੜਾ ਨੇ ਕੁਝ ਨੌਜਵਾਨਾਂ ਉੱਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਆਰੋਪ ਲਗਾਇਆ। ਬਲਜੀਤ ਸਿੰਘ ਮੁਤਾਬਕ ਧਮਕੀ ਦੇਣ ਵਾਲਿਆਂ ਦੀਆਂ ਅਕਾਲੀ ਲੀਡਰਾਂ ਨਾਲ ਫੋਟੋਆਂ ਨੇ ਅਤੇ ਉਹ ਅਕਾਲੀ ਦਲ ਦੀ ਸਰਕਾਰ ਆਉਣ ਉੱਤੇ ਉਸ ਨੂੰ ਸਬਕ ਸਿਖਾਉਣ ਦੀ ਧਮਕੀ ਦੇ ਰਹੇ ਨੇ। ਪਾੜਾ ਮੁਤਾਬਕ ਉਹਨਾਂ ਦੀਆਂ ਫਰਜ਼ੀ ਫੇਸਬੁੱਕ ਆਈਡੀਆਂ ਬਣਾ ਕੇ ਗਲਤ ਕਮੈਂਟ ਵੀ ਕੀਤੇ ਜਾ ਰਹੇ ਨੇ। ਪਾੜਾ ਨੇ ਕਿਹਾ ਕਿ ਉਹ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ, ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਰਹੇ ਨੇ। ਇਹ ਮਾਮਲਾ ਪੰਜਾਬ ਦੇ DGP ਤੇ ਗੁਰਦਾਸਪੁਰ ਦੇ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਨੌਜਵਾਨਾਂ ਵੱਲੋਂ ਵੀਡੀਓ ਜਿਹੜੀ ਆ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਪਾਈ ਗਈ ਸੀ, ਜਿਹਦੇ ਵਿੱਚ ਉਹਨਾਂ ਨੇ ਕਾਫੀ ਮਾੜੀ ਸ਼ਬਦਾਵਲੀ ਯੂਜ਼ ਕੀਤੀ ਸੀ। ਉਸ ਤੋਂ ਇਲਾਵਾ ਉਹਨਾਂ ਨੇ ਅਕਾਲੀ ਸਰਕਾਰ ਆਉਣ ਤੇ ਮੈਨੂੰ ਸਬਕ ਸਿਖਾਉਣ ਦੀ ਗੱਲ ਕੀਤੀ ਸੀ। ਸੋ ਇਹੋ ਜਿਹੇ ਨੌਜਵਾਨ ਜਿਹੜੇ ਆ, ਇੱਕ ਅਕਾਲੀ ਲੀਡਰ ਜਿਹੜੇ ਆ, ਉਹ ਇਹਨਾਂ ਨੂੰ ਇੱਕ ਬੜਾਵਾ ਦੇ ਰਹੇ ਨੇ ਕਿ ਸਾਡੀ ਸਰਕਾਰ ਆਉਣ ਤੇ ਜਿਹੜਾ ਅਸੀਂ ਤੁਹਾਨੂੰ ਥਾਪੜਾ ਦੇਵਾਂਗੇ। ਤੇ ਜਦੋਂ ਲੀਡਰ ਨੌਜਵਾਨਾਂ ਨਾਲ ਗੱਲ ਕਰਦੇ ਤੇ ਨੌਜਵਾਨ ਫੇਰ ਹੀ ਗੱਲ ਕਰਦੇ ਆ। ਸੋ ਇੱਕ ਵੀਡੀਓ ਮੇਰੇ ਸਾਹਮਣੇ ਆਈ ਸੀ ਜੋ ਮੈਨੂੰ ਕਿਸੇ ਨੇ ਸੈਂਡ ਕੀਤੀ ਸੀ। ਸੋ ਪੁਲਿਸ ਵਾਲਿਆਂ ਨੇ ਵੀ ਮੇਰੇ ਨਾਲ ਤਾਲਮੇਲ ਕੀਤਾ। ਪੁਲਿਸ ਆਪਣਾ ਜਿਹੜੀ ਆ ਕਾਰਵਾਈ ਕਰ ਰਹੀ ਆ। ਸੋ ਮੈਂ ਦੱਸ ਦੇਣਾ ਚਾਹੁੰਦਾ, ਮੈਂ ਜਦੋਂ ਇਹ ਵੀਡੀਓ ਦੇਖੀ ਆ ਤੇ ਮੈਂ ਸਾਰਾ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਤੇ ਜਦੋਂ ਮੈਂ ਟਰੈਕ ਇਹਨਾਂ ਦਾ ਚੈੱਕ ਕੀਤਾ ਤੇ ਇਹਨਾਂ ਤੇ ਕਾਫੀ ਅੱਗੇ ਵੀ ਪਰਚੇ ਨੇ, 307 326 452। ਉਸ ਤੋਂ ਇਲਾਵਾ ਹੋਰ ਵੀ ਕਾਫੀ ਜਿਹੜੇ ਇਹਨਾਂ ਤੇ ਪਰਚੇ ਨੇ। ਸੋ ਪੁਲਿਸ ਜਿਹੜੀ ਆਪਣੀ ਕਾਰਵਾਈ ਕਰ ਰਹੀ ਆ। ਬਾਕੀ ਗੱਲ ਕਰਨ ਦੇ ਆ ਇਹ ਆਪਣੇ ਕਿ ਸਰਕਾਰ ਆਉਣ ਤੇ ਜਿਹੜਾ ਸਬਕ ਸਿਖਾਉਣਾ, ਉਹਦਾ ਵੀ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ 10 ਸਾਲ ਅੱਗੇ ਅਕਾਲੀ ਭਾਜਪਾ ਦੀ ਗਵਰਨਮੈਂਟ ਰਹੀ ਹੈ, ਉਦੋਂ ਤੇ ਇਹਨਾਂ ਕੋਲ ਸਬਕ ਸਿਖਾ ਨਹੀਂ ਸਕੇ। ਮੇਰੇ ਅਤੇ ਮੇਰੇ ਪਰਿਵਾਰ ਤੇ 8-10 ਪਰਚੇ ਜਿਹੜੇ ਇਹਨਾਂ ਨੇ ਝੂਠੇ ਕੀਤੇ ਸੀ, ਜਿਹੜੇ ਸਾਰੇ ਹੀ ਇਹਨਾਂ ਦੀ ਸਰਕਾਰ 'ਚ ਇਨਕੁਆਇਰੀਆਂ ਕਰਕੇ ਝੂਠੇ ਸਾਬਤ ਹੋਏ ਸੀ ਤੇ ਸੁਪਰੀਮ ਕੋਰਟ ਤੱਕ ਸਾਡੀਆਂ ਜ਼ਮਾਨਤਾਂ ਨਹੀਂ ਸੀ ਹੋਈਆਂ। ਸੋ ਜਿਹੜੀ ਇੱਦਾਂ ਦੀਆਂ ਧਮਕੀਆਂ ਦਿੰਦੇ ਨੇ, ਸੋ ਇਹ ਬਾਜ਼ ਆਉਣ। ਮੈਂ ਅਕਾਲੀ ਲੀਡਰਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਇਹ ਨੌਜਵਾਨ ਜਿਹੜੇ ਆ, ਜੇ ਇਹਨਾਂ ਦੀ ਉਮਰ ਪੜ੍ਹਨ ਲਿਖਣ ਦੀ ਆ, ਇਹਨਾਂ ਨੂੰ ਇੱਦਾਂ ਨਾ ਉਕਸਾਓ ਤੇ ਆਪਣੇ ਮੋਢਿਆਂ ਤੇ ਰੱਖ ਕੇ ਚਲਾਓ। ਕਿਸੇ ਨੌਜਵਾਨਾਂ ਦੇ ਮੋਢਿਆਂ ਤੇ ਰੱਖ ਕੇ ਨਾ ਚਲਾਓ, ਕਿਸੇ ਦਾ ਘਰ ਬਰਬਾਦ ਹੋ ਸਕਦਾ। ਬੱਚੇ ਅੱਜ ਹੁਣ 3 ਦਿਨਾਂ ਤੋਂ ਜਿਹੜੇ ਆ ਉਹ ਫਰਾਰ ਨੇ। ਅੱਜ ਕਿਹੜਾ ਅਕਾਲੀ ਲੀਡਰ ਇਹਨਾਂ ਦੇ ਪਿੱਛੇ ਹੈ? ਸੋ ਇਹਨਾਂ ਦੀਆਂ ਜਿਹੜੀਆਂ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜੇ ਨੌਜਵਾਨ ਆ, ਇਹਨਾਂ ਦੀਆਂ ਇੱਥੋਂ ਦੇ ਅਕਾਲੀ ਲੀਡਰਾਂ ਦੇ ਨਾਲ ਫੋਟੋਆਂ ਵੀ ਜਿਹੜੀਆਂ ਆਏ ਦਿਨ ਜਿਹੜੀਆਂ ਫੇਸਬੁੱਕ 'ਤੇ ਪਾਉਂਦੇ ਨੇ। ਆਹ ਦੇਖੋ, ਇਹ ਅਕਾਲੀ ਲੀਡਰ ਇੱਥੇ ਇੱਕ ਉਹਨਾਂ ਦਾ ਬੇਟੇ ਦਾ ਇਹ ਕੇਕ ਕੱਟ ਰਹੇ ਨੇ। ਸੋ ਆਉਣ ਵਾਲੇ ਸਮੇਂ 'ਚ ਮੈਂ ਕਾਫੀ ਜਿਹੜੇ ਹੱਦ ਤੱਕ ਜਿਹੜੇ ਆ ਇਹਨਾਂ ਦੇ ਮੈਂ ਪ੍ਰੂਫ ਲੈ ਰਿਹਾ। ਆਉਣ ਵਾਲੇ ਸਮੇਂ 'ਚ ਮੈਂ ਇਹਦਾ ਵੱਡੇ ਪੱਧਰ 'ਤੇ ਖੁਲਾਸਾ ਕਰਨ ਜਾ ਰਿਹਾ। ਆਹ ਦੇਖੋ, ਇੱਕ ਫੇਸਬੁੱਕ 'ਤੇ ਹਥਿਆਰਾਂ ਨਾਲ ਇਹ ਜਿਹੜੀਆਂ ਫੋਟੋਆਂ ਪਾ ਰਹੇ ਨੇ। ਤੇ ਜੇ ਕੋਈ ਬੰਦਾ ਆਪਣੇ ਫਾਦਰ ਦਾ ਆਪਣੇ ਲਾਇਸੈਂਸੀ ਹਥਿਆਰ ਵੀ ਫੜ ਕੇ ਫੇਸਬੁੱਕ 'ਤੇ ਫੋਟੋ ਪਾਉਂਦਾ ਤੇ ਪੁਲਿਸ ਉਹਦੇ 'ਤੇ ਆਰਮ ਐਕਟ ਦੇ ਅੰਡਰ ਜਿਹੜਾ ਪਰਚਾ ਦਿੰਦੀ ਆ। ਤੇ ਇਹ ਨੌਜਵਾਨ ਜਿਹੜੇ ਆ, ਇਹ ਕਾਫੀ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਫੋਟੋਆਂ ਵੀਡੀਓਜ਼ ਅਪਲੋਡ ਕਰ ਰਹੇ ਆ। ਮੈਂ ਇਹ ਵੀ ਪੁੱਛਣਾ ਚਾਹੁੰਦਾ ਪੁਲਿਸ ਪ੍ਰਸ਼ਾਸਨ ਨੂੰ ਕਿ ਅੱਜ ਤੱਕ ਇਹਨਾਂ 'ਤੇ ਕੀ ਕਾਰਵਾਈ ਕੀਤੀ ਹੈ। ਸੋ ਅੱਜ ਜਿਹੜਾ ਮੈਂ ਪਹਿਲਾਂ ਕੰਪਲੇਂਟ ਨਹੀਂ ਸੀ ਕੀਤੀ, ਪਰ ਪੁਲਿਸ ਦੀ ਜਿਹੜੀ ਆ ਉਹ ਕਾਰਵਾਈ ਆਪਣੀ ਚੱਲ ਰਹੀ ਆ। ਸੋ ਅੱਜ ਮੈਂ SSP ਸਾਹਿਬ ਨੂੰ ਮਿਲ ਜਾ ਰਿਹਾ ਇਸ ਮਸਲੇ ਦੇ ਸੰਬੰਧ ਵਿੱਚ ਕਿ ਇਹਦੀ ਜਿਹੜੀ ਆ ਪੂਰੀ ਪੜਤਾਲ ਕੀਤੀ ਜਾਏ ਤੇ ਜਿਹੜਾ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਏ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਤੇ ਉਹਨਾਂ ਦਾ ਭਵਿੱਖ ਸੁਧਾਰਨ ਲਈ ਜ਼ਿਲ੍ਹਾ ਰੂਪਨਗਰ ਦਾ ਇੱਕ ਹਾਕੀ ਕੋਚ ਵੱਖਰੀ ਤਰ੍ਹਾਂ ਦੀ ਸੇਵਾ ਨਿਭਾ ਰਿਹਾ ਹੈ। ਕੋਚ ਇੰਦਰਜੀਤ ਸਿੰਘ ਵੱਲੋਂ ਇੱਕ ਹਾਕੀ ਅਕੈਡਮੀ ਚਲਾਈ ਜਾ ਰਹੀ ਹੈ, ਜਿਸ ਵਿੱਚ ਕੋਈ ਵੀ ਮੁਫਤ ਟ੍ਰੇਨਿੰਗ ਹਾਸਲ ਕਰ ਸਕਦਾ ਹੈ। ਇੰਨਾ ਹੀ ਨਹੀਂ, ਬੱਚਿਆਂ ਨੂੰ ਹਾਕੀ ਸਟਿੱਕ, ਵਰਦੀ ਤੇ ਬੂਟ ਵੀ ਮੁਫਤ ਦਿੱਤੇ ਜਾ ਰਹੇ ਨੇ। ਇੱਥੇ ਟ੍ਰੇਨਿੰਗ ਲੈਣ ਵਾਲੇ ਬੱਚਿਆਂ ਨੂੰ ਪੌਸ਼ਟਿਕ ਖਾਣਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਇੰਦਰਜੀਤ ਸਿੰਘ ਦਾ ਸੁਪਨਾ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਦਾ ਹੈ ਅਤੇ ਇਸ ਦੇ ਨਾਲ ਹੀ ਉਹ ਜੀ ਜਾਨ ਨਾਲ ਮਿਹਨਤ ਕਰ ਰਹੇ ਨੇ। ਪੰਜਾਬ ਰਾਜ ਬਿਜਲੀ ਬੋਰਡ ਦਾ ਇੱਕ ਸਾਬਕਾ ਖਿਡਾਰੀ ਇੰਦਰਜੀਤ ਸਿੰਘ ਪੰਜਾਬ ਦੀ ਹਾਕੀ ਦੀ ਵਿਲੱਖਣ ਸੇਵਾ ਕਰ ਰਿਹਾ ਹੈ। ਇੰਦਰਜੀਤ ਸਿੰਘ ਵੱਲੋਂ ਰੂਪਨਗਰ ਵਿਖੇ ਹਾਕੀ ਅਕੈਡਮੀ ਚਲਾਈ ਜਾ ਰਹੀ ਹੈ, ਜਿਸ ਵਿੱਚ ਕੋਈ ਵੀ ਬੱਚਾ ਬਿਨਾਂ ਇੱਕ ਪੈਸਾ ਖਰਚ ਕੀਤੇ ਹਾਕੀ ਦੀ ਟ੍ਰੇਨਿੰਗ ਲੈ ਸਕਦਾ ਹੈ।
ਇੰਨਾ ਹੀ ਨਹੀਂ, ਬੱਚਿਆਂ ਨੂੰ ਹਾਕੀ ਸਟਿਕ, ਵਰਦੀ ਤੇ ਬੂਟ ਵੀ ਮੁਫਤ ਦਿੱਤੇ ਜਾ ਰਹੇ ਨੇ। ਇੱਥੇ ਟ੍ਰੇਨਿੰਗ ਲੈਣ ਵਾਲੇ ਬੱਚਿਆਂ ਨੂੰ ਪੌਸ਼ਟਿਕ ਖਾਣਾ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇੰਦਰਜੀਤ ਸਿੰਘ ਮੁਤਾਬਕ ਉਹਨਾਂ ਦਾ ਸੁਪਨਾ ਹੈ ਕਿ ਇਸ ਹਾਕੀ ਅਕੈਡਮੀ ਦਾ ਕੋਈ ਖਿਡਾਰੀ ਓਲੰਪਿਕ ਤੱਕ ਪੁੱਜੇ ਅਤੇ ਅਕੈਡਮੀ ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰੇ। ਮੈਂ ਪੰਜਾਬ ਰਾਜ ਬਿਜਲੀ ਬੋਰਡ ਦਾ ਹਾਕੀ ਪਲੇਅਰ ਆ ਜੀ, ਤੇ ਇਹ ਰੂਪਨਗਰ ਹਾਕੀ ਅਕੈਡਮੀ ਡਿਸਟ੍ਰਿਕਟ ਆ ਜੀ। ਇਹ ਇੱਥੇ ਸਰ ਕੋਈ ਫੀਸ ਨਹੀਂ ਹੈਗੀ ਜੀ। ਇੱਥੇ ਹਾਕੀਆਂ, ਬਾਲਾਂ, ਬੂਟ, ਕਿੱਟ ਤੇ ਖਾਣ ਪੀਣ ਦਾ ਸਮਾਨ ਹੀ ਫ੍ਰੀ ਦਿੱਤਾ ਜਾਂਦਾ ਜੀ। ਖਰਚਾ ਮਤਲਬ ਜ਼ਿਆਦਾ ਤੁਸੀਂ ਆਪਣੇ ਮਤਲਬ ਵੀ ਸਾਡੇ ਬੱਚੇ ਬਾਹਰ ਹੈਗੇ ਆ, ਦਵਿੰਦਰ ਸਿੰਘ ਚਿਤਾਣਾ ਜੀ ਪ੍ਰਧਾਨ ਸਾਡੇ, ਉਹ ਵੀ ਆਪਣੇ ਕਰ ਰਹੇ ਆ। ਕੁਝ ਸਾਡੇ ਆ ਬਘੇਲ ਸਿੰਘ ਹੈਗੇ MD ਸਾਹਿਬ, ਇਹ ਵੀ ਸਾਡੀ ਮਦਦ ਕਰਦੇ ਆ। ਤੇ ਪਦਵੰਤ ਸੱਜਣ ਹੈਗੇ ਜੀ ਆਪਣੇ ਮਿੱਤਰ, ਇੱਕ ਆਪਣਾ ਹੈਗਾ ਜੀ ਆਪਣੇ ਮਿੱਤਰ ਹੈਗੇ 3-4 ਜੀ ਜਿਹੜੇ ਆਪਣੇ ਦੀ ਐਡ ਕਰਦੇ ਜੀ। ਨਹੀਂ ਸਰ ਇੱਥੇ ਕੋਈ ਅਮੀਰ ਗਰੀਬ ਨਹੀਂ, ਕੋਈ ਜਾਤ ਨਹੀਂ ਜੀ। ਇੱਥੇ ਜਿਹੜਾ ਵੀ ਬੱਚਾ ਸਾਡੇ ਕੋਲ ਆ ਗਿਆ, ਚਾਹੇ ਅਮੀਰ ਆ ਚਾਹੇ ਗਰੀਬ ਆ, ਸਾਰਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਆ ਫ੍ਰੀ ਔਰ ਕੋਸਟ, ਕੋਈ ਫੀਸ ਨਹੀਂ ਲਈ ਜਾਂਦੀ। ਹਾਂ ਸਾਡੇ ਕੋਲ ਮਤਲਬ ਵੀ ਨਾ ਅੰਡਰ 10 ਤੋਂ ਸ਼ੁਰੂ ਕਰ ਲੈਂਦੇ ਬੱਚਿਆਂ ਨੂੰ ਜੀ, ਅੰਡਰ 8 ਦੇ ਵੀ ਹੈਗੇ ਆ ਜੀ। ਮਤਲਬ ਵੀ ਆਪਣਾ 21 ਤੱਕ ਸਾਡੇ ਕੋਲ ਸਾਰੇ ਬੱਚੇ ਆ। ਤਕਰੀਬਨ 115 ਬੱਚਾ ਸਾਡੇ ਕੋਲ ਰੋਜ਼ ਪ੍ਰੈਕਟਿਸ ਕਰਦਾ ਜੀ। ਸਾਡਾ ਮੈਕਸਿਮਮ ਸਾਡੇ ਕੋਲ ਮੇਰੇ ਹਿਸਾਬ ਨਾਲ ਜੇ ਚੰਗੀਆਂ ਟੀਮਾਂ 'ਚ 50-60 ਬੱਚਿਆਂ ਦੇ ਉੱਪਰ ਬੱਚੇ ਜਿਹੜੇ ਚੰਗੀਆਂ ਟੀਮਾਂ 'ਚ ਗਏ ਆ, ਜਿਵੇਂ ਪੰਜਾਬ ਰਾਜ ਬੋਰਡ ਹੋਏਗਾ ਤੇ BSF ਹੈਗੀ ਆ ਤੇ 에ਅਰਫੋਰਸ ਹੈਗੀ ਆ, ਤੇ ਮਤਲਬ ਜਿਹੜੀ ਚੰਗੀਆਂ ਟੀਮਾਂ 9 ਵਾਰ ਆ, ਭਾਰਤ ਪੈਟਰੋਲੀਅਮ ਹੈਗੀ ਆ, ਤੇ ਚੰਡੀਗੜ੍ਹ ਮਤਲਬ 42 ਹਾਕੀ ਅਕੈਡਮੀ ਸਾਡੇ 13 ਬੱਚੇ ਆ ਜੀ। ਸਰਜੀਤ ਅਕੈਡਮੀ 'ਚ ਹੈਗੇ ਸਾਡੇ, ਤੇ ਪੰਜਾਬ ਦੀ ਹਾਕੀ ਅਕੈਡਮੀ ਆਪਣਾ ਮੋਹਾਲੀ ਵਾਲੀ ਹੈ, ਇੱਥੇ ਸਾਡੇ ਬੱਚੇ ਆ ਜੀ। ਹਰ ਇੱਕ ਅਕੈਡਮੀ ਸਾਡੇ ਇਸ ਅਕੈਡਮੀ ਦੇ ਬੱਚੇ ਹਨ ਸਰ। ਮੈਂ ਸਾਰੀਆਂ ਗੇਮਾਂ ਨੂੰ ਦੇਖਿਆ ਵੀ ਜਿਹੜਾ ਵੀ ਜਿੰਨੀਆਂ ਵੀ ਰੋਪੜ 'ਚ ਸਪੋਰਟਸ ਦੇ ਸੈਂਟਰ ਚੱਲਦੇ ਆ, ਸਾਰਿਆਂ ਨੇ ਫੀਸਾਂ ਰੱਖੀਆਂ ਤੇ ਮੇਰੇ ਮਨ ਵਿੱਚ ਆਇਆ ਵੀ ਮਤਲਬ ਵੀ ਸਾਰਿਆਂ ਨੇ ਫੀਸਾਂ ਰੱਖੀਆਂ। ਜਿਹੜੇ ਗਰੀਬ ਬੱਚੇ ਉਹ ਕਿੱਥੋਂ ਹਾਕੀ ਖੇਡਣਗੇ ਜਾਂ ਕਿੱਦਾਂ ਸਪੋਰਟਸ ਕਰਨਗੇ। ਤੇ ਮੈਂ ਫਿਰ ਇਹ ਮਨ 'ਚ ਸੋਚ ਕੇ ਮੈਂ ਫ੍ਰੀ ਆਫ ਕੋਸਟ ਕੰਮ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਮੈਂ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਕੇ ਇਹ ਕੰਮ ਸ਼ੁਰੂ ਕੀਤਾ ਜੀ। ਫਿਰ ਉਸ ਤੋਂ ਬਾਅਦ ਸਾਡੇ ਸੱਜਣ ਮਿੱਤਰ ਕਾਫੀ ਜੁੜ ਗਏ ਜੀ। ਮੇਰਾ ਇੱਕ ਸੁਪਨਾ ਹੈ ਵੀ ਸਾਡੀ ਅਕੈਡਮੀ ਦਾ, ਸਾਡੇ ਸ਼ਹਿਰ ਦਾ, ਸਾਡੇ ਰੋਪੜ ਦਾ ਕੋਈ ਨਾ ਕੋਈ ਬੱਚਾ ਇੰਟਰਨੈਸ਼ਨਲ 'ਤੇ ਜਾਣ, ਓਲੰਪੀਅਨ ਬਣਨ, ਤੇ ਬਣ ਕੇ ਆਪਣੇ ਦੇਸ਼ ਦਾ, ਪੰਜਾਬ ਦਾ, ਰੋਪੜ ਦਾ ਨਾਂ ਉੱਚਾ ਕਰਨ। ਤੇ ਸਾਡੀ ਅਕੈਡਮੀ ਦਾ ਨਾਂ ਵੀ ਤਾਂ ਹੀ ਉੱਚਾ ਹੋਣਾ ਹੈ। ਮੈਂ ਸਰ ਇਹ ਕਹਿਣਾ ਚਾਹੁੰਦਾ ਬੱਚਿਆਂ ਨੂੰ ਵੀ ਆਪਣੇ ਘਰ ਤੋਂ ਬਾਹਰ ਨਿਕਲੋ, ਇੱਕ ਬਿਮਾਰੀ ਤੋਂ ਡਰੋ, ਤੇ ਆਪਣਾ ਗਰਾਊਂਡਾਂ 'ਚ ਜਾਓ। ਇੱਕ ਤਾਂ ਨਸ਼ਿਆਂ ਦੇ ਬਚ ਰਹੋਗੇ, ਸਿਹਤ ਤੰਦਰੁਸਤ ਹੋ ਜਾਊਗੀ, ਔਰ ਆਪਣੇ ਦੇਸ਼ ਦੀ ਸੇਵਾ ਕਰਨ ਜੋਗੇ ਹੋ ਜਾਓਗੇ, ਔਰ ਚੰਗੀ ਦੇਸ਼ ਦੀ, ਪੰਜਾਬ ਦੀ, ਰੋਪੜ ਦੀ ਸੇਵਾ ਕਰੋ, ਸਪੋਰਟਸ ਨੂੰ ਅੱਗੇ ਲੈ ਕੇ ਜਾਓ। ਦੱਸ ਦਈਏ ਕਿ ਇਸ ਹਾਕੀ ਅਕੈਡਮੀ ਨੂੰ ਚਲਾਉਣ ਲਈ ਕੁਝ NRI ਵੀਰ ਇੰਦਰਜੀਤ ਸਿੰਘ ਦੀ ਮਦਦ ਕਰ ਰਹੇ ਨੇ। ਇਸ ਤੋਂ ਇਲਾਵਾ ਕੁਝ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਵੀ ਉਹਨਾਂ ਨੂੰ ਮਿਲ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ, ਤੇ ਇੱਕ ਵਾਰ ਫਿਰ ਜਾਂਦੇ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਹਾਈਕਮਾਂਡ ਦੀ ਹਰੀ ਝੰਡੀ ਮਗਰੋਂ ਐਕਸ਼ਨ 'ਚ ਆਏ ਨਵਜੋਤ ਸਿੰਘ ਸਿੱਧੂ ਨੇ ਸੁਨੀਲ ਜਾਖੜ ਸਮੇਤ ਕਈ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਨਾਲ ਕੀਤੀ ਮੁਲਾਕਾਤ ਮਗਰੋਂ ਸਿੱਧੂ ਤੇ ਜਾਖੜ ਨੇ ਬੰਨੇ ਇੱਕ ਦੂਜੇ ਦੀਆਂ ਤਾਰੀਫਾਂ ਦੇ ਪੁੱਲ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕੀਤੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ। ਕੈਪਟਨ ਨੂੰ ਮਨਾਉਣ 'ਚ ਕਾਮਯਾਬ ਰਹੇ ਰਾਵਤ। ਬੈਠਕ ਤੋਂ ਬਾਅਦ ਕੈਪਟਨ ਨੇ ਕਿਹਾ, ਹਾਈਕਮਾਂਡ ਦਾ ਹਰ ਫੈਸਲਾ ਹੋਵੇਗਾ ਮਨਜ਼ੂਰ। ਕਿਸਾਨਾਂ ਨੇ ਚੰਡੀਗੜ੍ਹ 'ਚ ਘੇਰੇ ਭਾਜਪਾ ਲੀਡਰ। ਪਥਰਾਅ 'ਚ ਕਈ ਗੱਡੀਆਂ ਦੇ ਸ਼ੀਸ਼ੇ ਟੁੱਟੇ। ਜਲੰਧਰ 'ਚ ਕਿਸਾਨਾਂ ਨੇ ਬੰਦ ਕਰਵਾਇਆ ਰਿਲਾਇੰਸ ਦਾ ਸ਼ੋਰੂਮ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਵਧੀਆਂ। ਬੈਂਸ ਖਿਲਾਫ ਇੱਕ ਹੋਰ ਮਹਿਲਾ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਭੁੱਖ ਹੜਤਾਲ ਤੇ ਬੈਠੀ। ਬੈਂਸ ਤੇ ਲਗਾਏ ਜਬਰ ਜਨਾਹ ਕਰਨ ਦੇ ਇਲਜ਼ਾਮ। ਅਤੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਦੇ ਭਰਾ ਬਲਜੀਤ ਸਿੰਘ ਪਾੜਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ। ਪਾੜਾ ਨੇ ਧਮਕੀ ਦੇਣ ਵਾਲਿਆਂ ਦੇ ਅਕਾਲੀ ਲੀਡਰਾਂ ਨਾਲ ਸਬੰਧਾਂ ਦੇ ਲਗਾਏ ਆਰੋਪ। ਪੁਲਿਸ ਨੂੰ ਦਿੱਤੀ ਜਾ ਰਹੀ ਹੈ ਹਮਲੇ ਦੀ ਸ਼ਿਕਾਇਤ। ਇਸ ਦੇ ਨਾਲ ਹੀ ਮੈਨੂੰ ਯਾਨੀ ਮਨਪ੍ਰੀਤ ਕਾਲੂ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।